समझ आ गई बेटा गल समाज की। नाउ नैक्सट असीं देखना है कि उन्हां दा धार्मिक जीवन किदां दा सी। ਤੇ ਜਦੋਂ ਅਸੀਂ ਬੇਟਾ ਉਹਨਾਂ ਦੇ ਧਾਰਮਿਕ ਜੀਵਨ ਨੂੰ ਦੇਖਦੇ ਹਾਂ ਤਾਂ ਅਸੀਂ ਦੇਖਦੇ ਹਾਂ ਕਿ ਤਿੰਨ ਤਰ੍ਹਾਂ ਦੇ ਦੇਵਤਾ ਪ੍ਰਚਲਿਤ ਸਨ। ਨੰਬਰ 1 ਕਿਹੜੇ ਦੇਵਤਾ, ਜਿਹਨੂੰ ਅਸੀਂ ਕਹਿ ਦਿੰਦੇ ਹਾਂ ਪ੍ਰਕਿਰਤਿਕ, ਨੈਚੁਰਲ। ਨੇਚਰ 'ਚ ਬੇਟਾ ਕਿਵੇਂ ਆਉਂਦੇ ਆ? ਸੂਰਜ, ਚੰਦਰਮਾ, ਵਾਯੂ, ਬਾਰਿਸ਼, ਹਨੇਰੀ, ਤੂਫਾਨ। ਜਿਹੜੀਆਂ ਚੀਜ਼ਾਂ ਸਾਨੂੰ ਜਾਂ ਤਾਂ ਕੋਈ ਫੈਸਿਲਿਟੀ ਦਿੰਦੀਆਂ ਨੇ ਜਾਂ ਜਿਹਨਾਂ ਚੀਜ਼ਾਂ ਤੋਂ ਸਾਨੂੰ ਡਰ ਜਾਂ ਖੌਫ ਲੱਗਦਾ ਤੇ ਸਾਨੂੰ ਉਹਦਾ ਭੇਤ ਨਜ਼ਰ ਨਹੀਂ ਆਉਂਦਾ। ਹੁਣ ਸੂਰਜ ਸਾਨੂੰ ਡੇਲੀ ਆਉਂਦਾ ਹੈ ਤਾਂ ਉਸ ਤੋਂ ਬਿਨਾਂ ਗੁਜ਼ਾਰਾ ਨਹੀਂ, ਚੰਦਰਮਾ ਤੋਂ ਬਿਨਾਂ ਗੁਜ਼ਾਰਾ ਨਹੀਂ, ਮੀਂਹ ਤੋਂ ਬਿਨਾਂ ਗੁਜ਼ਾਰਾ ਨਹੀਂ ਸੀਗਾ, ਕਿਉਂਕਿ ਐਗਰੀਕਲਚਰ ਦੇ ਵਿੱਚ ਸੋਰਸ ਹੀ ਉਹ ਸੀ। ਉਸ ਵੇਲੇ ਨਹਿਰਾਂ ਹੁੰਦੀਆਂ ਨਹੀਂ ਸੀ, ਡੈਮ ਹੁੰਦੇ ਨਹੀਂ ਸੀ। ਉਹਨਾਂ ਚੀਜ਼ਾਂ ਦੇ ਦੇਵਤਾ ਜਿਹੜੇ ਨੈਚੁਰਲ 'ਚ ਨੇ, ਨੇਚਰ 'ਚ ਨੇ, ਕੁਦਰਤ ਦੇ ਵਿੱਚ ਨੇ, ਉਹਨੂੰ ਅਸੀਂ ਕਹਿ ਦਿੰਦੇ ਸੀਗੇ ਪ੍ਰਕਿਰਤਿਕ ਦੇਵਤਾ। ਦੂਸਰੇ ਬੇਟਾ ਦੇਵਤਾ ਜਿਹਨਾਂ ਨੂੰ ਕਹਿੰਦੇ ਸੀ ਅਸੀਂ ਪ੍ਰਿਥਵੀ ਦੇ ਦੇਵਤਾ। ਟੋਟਲ ਯਾਨੀ 33 ਦੇਵਤਾਵਾਂ ਦਾ ਬੇਟਾ ਉਹਦੇ ਵਿੱਚ ਜ਼ਿਕਰ ਕੀਤਾ ਗਿਆ। ਪ੍ਰਿਥਵੀ ਦੇ ਦੇਵਤਾ ਕਿਹੜੇ ਸੀਗੇ ਜੇ ਅਸੀਂ ਉਹਨੂੰ ਸਮਝਣਾ ਹੋਏ? ਜਿਵੇਂ ਵਰੁਣ, ਇੰਦਰ, ਮਿੱਤਰ, ਪੂਸ਼ਨ, ਅਗਨੀ, ਵਿਸ਼ਨੂੰ। ਇਹਨਾਂ ਦੇ ਵਿੱਚ ਤੁਸੀਂ ਕੀ ਕਰਨਾ ਹੈ ਕਿ ਬੇਟਾ ਹਰ ਦੇਵਤਾ ਦਾ ਜ਼ਿਕਰ ਕਰਨਾ ਹੈ ਕਿ ਉਸ ਦੇਵਤਾ ਦਾ ਮਤਲਬ ਕੀ ਸੀ। ਜਿਵੇਂ ਬੇਟਾ ਵਰੁਣ ਹੈ, ਉਹਨੂੰ ਸਭ ਤੋਂ ਵੱਡਾ ਦੇਵਤਾ ਮੰਨਿਆ ਗਿਆ ਔਰ ਕੀ ਕਿਹਾ ਗਿਆ ਕਿ ਇਹ ਆਕਾਸ਼ ਦਾ ਦੇਵਤਾ ਹੈ। ਆਕਾਸ਼ ਦਾ ਮਤਲਬ ਹੁਣ ਵੀ ਬੇਟਾ ਜਦੋਂ ਸਾਨੂੰ ਕੋਈ ਕਹਿੰਦਾ ਰੱਬ, ਤੇ ਅਸੀਂ ਕੀ ਕਰਦੇ ਹਾਂ? ਜਦੋਂ ਵੀ ਆਪਣੇ ਰੱਬ ਨੂੰ ਆਪਾਂ ਪਰਸਨਲੀ ਯਾਦ ਕਰਨਾ ਹੁੰਦਾ, ਕਿੱਧਰ ਨੂੰ ਮੂੰਹ ਕਰਦੇ ਹਾਂ? ਬੋਲੋ, ਕਿੱਧਰ ਮੂੰਹ ਕਰਦੇ ਹਾਂ? ਸੱਜੇ ਖੱਬੇ ਕਿੱਧਰ ਕਰਦੇ ਹਾਂ? ਉੱਪਰ ਨੀਚੇ? ਉੱਪਰ ਮੂੰਹ ਕਰਦੇ ਹਾਂ। ਉੱਪਰ ਨੂੰ ਕੀ ਹੈ? ਬਿਕਾਜ਼ ਦੈਟਸ ਅ ਵੈਰੀ ਓਪਨ ਸਕਾਈ, ਹਾਈਐਸਟ ਮੰਨਦੇ ਹਾਂ ਉਸਨੂੰ ਅਸੀਂ, ਉੱਚਾ। तो वरुण ਨੂੰ ਆਕਾਸ਼ ਦਾ ਦੇਵਤਾ ਕਿਹਾ ਗਿਆ ਵੀ ਜਿਹੜਾ ਉੱਤੋਂ ਸਾਰਿਆਂ ਨੂੰ ਦੇਖਦਾ ਹੈ, ਕੰਟਰੋਲ ਕਰਦਾ ਹੈ ਔਰ ਪਾਪੀਆਂ ਨੂੰ ਸਜ਼ਾ ਦਿੰਦਾ ਹੈ, ਸਾਰਿਆਂ ਦੇ ਕੰਮਾਂ ਨੂੰ ਦੇਖਦਾ ਹੈ। ਈਵਨ ਸੂਰਜ ਚੰਦਰਮਾ ਵੀ ਦੇਖ ਉਹਨਾਂ ਨੂੰ ਕੰਟਰੋਲ ਕਰਦਾ। ਔਰ ਸਮੇਂ ਸਮੇਂ ਤੇ ਇਹਨਾਂ ਦੇ ਨਾਮ ਬਦਲਦੇ ਰਹਿੰਦੇ ਆ। ਹਰ ਭਾਸ਼ਾ ਦੇ ਵਿੱਚ ਨਾਮ ਬਦਲਦੇ ਆ, ਹਰ ਧਰਮ 'ਚ ਨਾਮ ਬਦਲਦੇ ਆ, ਕੰਮ ਹੀ ਰਹਿੰਦੇ ਆ। ਦੂਸਰਾ ਬੇਟਾ ਹੈ ਮਿੱਤਰ। ਇਹ ਵरुण ਦਾ ਸਾਥੀ ਹੈ ਤੇ ਸੂਰਜ ਤੋਂ ਪ੍ਰਕਾਸ਼ ਦਾ ਪ੍ਰਤੀਨਿਧੀ ਹੈ, ਲਾਈਟ ਦਾ ਦੇਵਤਾ ਹੈ। ਤੀਸਰਾ ਕਿਹਾ ਗਿਆ ਇੰਦਰ, ਜਿਹਨੂੰ ਬਹੁਤ ਸਟਰੈਂਥ ਦਿੱਤੀ ਗਈ, ਜਿਹੜਾ ਮੀਂਹ, ਹਨੇਰੀ, ਬਿਜਲੀ ਇਹਨਾਂ ਨੂੰ ਸਾਰਿਆਂ ਨੂੰ ਕੰਟਰੋਲ 'ਚ ਕਰਦਾ ਹੈ। ਕਿਉਂਕਿ ਮੀਂਹ ਤੋਂ ਬਿਨਾਂ ਖੇਤੀ ਨਹੀਂ ਹੋ ਸਕਦੀ, ਹਨੇਰੀ ਨਾਲ ਫਸਲਾਂ ਤਬਾਹ ਹੋ ਜਾਂਦੀਆਂ। ਉਹਨਾਂ ਤੋਂ ਝੌਂਪੜੀਆਂ 'ਚ ਰਹਿੰਦੇ ਸੀਗੇ, ਉਹਨਾਂ ਤੋਂ ਬਚਾਅ ਜ਼ਰੂਰੀ ਹੈ। ਐਦਾਂ ਹੀ ਬੇਟਾ ਅਗਨੀ, ਅਗਨੀ ਦੇ ਕੰਮ ਤਾਂ ਬੇਟਾ ਤੁਹਾਨੂੰ ਯਾਦ ਹੈ, ਕਿਉਂਕਿ ਅਗਨੀ ਉਸ ਵੇਲੇ ਦੀ ਸਭ, ਜਿੱਦਾਂ ਬੇਟਾ ਅੱਜ ਕੱਲ੍ਹ ਤੁਹਾਡੇ ਲਈ ਜ਼ਿੰਦਗੀ 'ਚ ਬਿਜਲੀ ਹੈ ਨਾ, ਤੇ ਮੰਨ ਲਓ ਤੁਹਾਡੀ ਜ਼ਿੰਦਗੀ 'ਚੋਂ ਬਿਜਲੀ ਕੱਢਦੀ ਹੈ ਤਾਂ ਜ਼ਿੰਦਗੀ ਐਂ ਲੱਗੂਗਾ ਕਿ ਖੜੀ ਹੋ ਗਈ। ਸਿਰਫ ਪੱਖੇ ਤੇ ਟਿਊਬਾਂ ਨਾਲ ਸਾਡੀ ਬਿਜਲੀ ਨਹੀਂ ਕੰਮ ਨਹੀਂ ਹੈ। ਤੁਸੀਂ ਇਹ ਦੇਖੋ ਕਿ ਜਿਹੜੀ ਬਿਜਲੀ ਸਾਡੇ ਘਰਾਂ 'ਚ ਸਪਲਾਈ ਹੁੰਦੀ ਉਹ ਜੋ ਵੀ ਹੈ ਉਹਦੇ ਨਾਲ ਸਾਡੇ ਫ੍ਰਿਜ ਵੀ ਚੱਲ ਰਿਹਾ ਹੈ, ਸਾਡੇ ਇਲੈਕਟ੍ਰੀਕਲ ਸਾਰੀਆਂ ਚੀਜ਼ਾਂ ਚੱਲ ਰਹੀਆਂ। ਤੁਹਾਡੇ ਫੋਨ ਨਹੀਂ ਚੱਲ ਸਕਦੇ ਜੇ ਬਿਜਲੀ ਨਾ ਹੋਵੇ, ਚਾਰਜ ਨਹੀਂ ਹੋਣੇ। ਪੱਖੇ, ਟਿਊਬਾਂ, ਲਾਈਟ ਤਾਂ ਮੰਨ ਹੀ ਲਓ। ਉਸ ਤੋਂ ਬਾਅਦ ਤੁਹਾਡੇ ਸਕੂਟਰ ਨਹੀਂ ਚੱਲਣੇ, ਕਾਰਾਂ ਨਹੀਂ ਚੱਲਣੀਆਂ। ਟਾਇਰ ਪੈਂਚਰ ਹੋ ਗਿਆ, ਪੈਂਚਰ ਨਹੀਂ ਲੱਗਣੇ ਜੇ ਬਿਜਲੀ ਨਹੀਂ ਹੈਗੀ ਅੱਜ ਦੇ ਦੌਰ 'ਚ। ਤੇ ਬੇਟਾ ਜੇ ਮੰਨ ਲਓ ਬਿਜਲੀ ਨਾ ਹੋਵੇ, ਬੰਦ ਕਰਤੀ ਜਾਏ ਪੂਰੇ ਦੁਨੀਆ ਦੀ ਬਿਜਲੀ ਮਹੀਨੇ ਲਈ, ਦੁਨੀਆ ਤਬਾਹ ਦੀ ਕਗਾਰ ਤੇ ਪਹੁੰਚ ਜਾਏ। ਕੋਈ ਚੀਜ਼ ਹੈ ਐਸੀ ਜਿਹੜੀ ਤੁਸੀਂ ਕਹੋ ਮੈਂ ਬਿਜਲੀ ਤੋਂ ਬਿਨਾਂ ਚਲਾ ਲੂੰ? ਕੋਈ ਚੀਜ਼ ਸਾਡੀ ਅੱਜ ਕੱਲ੍ਹ ਪੜ੍ਹਾਈ ਵੀ ਨਹੀਂ ਚੱਲ ਸਕਦੀ ਜੇ ਬਿਜਲੀ ਨਾ ਹੋਵੇ। ਤੇ ਉਸ ਜ਼ਮਾਨੇ 'ਚ ਬਿਜਲੀ ਦਾ ਪਹਿਲਾ ਇਨੀਸ਼ੀਏਟਿਵ ਕੰਮ ਕੌਣ ਕਰਦਾ ਸੀ? ਅਗਨੀ, ਅੱਗ। ਜੰਗਲ ਸਾਫ਼ ਕਰਨੇ ਆ, ਅੱਗ ਨੇ ਕਰਨੇ। ਸਬਜ਼ੀ ਬਣਾਣੀ ਹੈ, ਕੋਈ ਚੀਜ਼ ਬਣਾਣੀ है, ਅੱਗ ने बनानी है। गरमैश पैदा करनी है, ਅੱਗ ने करनी। तो अग्नि वाज देयर मेन डाइटी। 200 ਮੰਤਰ ਲਗਭਗ ਉਹਨੂੰ ਡਿਵੋਟ ਕੀਤੇ ਗਏ ਆ। ਔਰ ਇਹਨਾਂ ਦੇਵਤਾਵਾਂ ਦੇ ਬੇਟਾ ਗੁਣ ਕਿਹੜੇ ਸੀਗੇ? ਇਹ ਸਾਰੇ ਸ਼ੁਭ ਚਿੰਤਕ ਸਨ ਵੀ ਇਹਨਾਂ ਦੀ ਪੂਜਾ ਦੇ ਨਾਲ ਸਾਡੇ ਦੁੱਖ ਜਿਹੜੇ ਉਹ ਘਟ ਜਾਂਦੇ ਆ ਔਰ ਸਾਨੂੰ ਚੀਜ਼ਾਂ ਸਹੀ ਢੰਗ ਦੇ ਨਾਲ ਮਿਲਦੀਆਂ ਨੇ। ਇਸ ਕਰਕੇ ਇਹਨਾਂ ਨੂੰ ਦੀ ਪੂਜਾ ਜਿਹੜੀ ਆ ਉਹ ਕੀਤੀ ਜਾਂਦੀ ਸੀ। ਔਰ ਪੂਜਾ ਦਾ ਢੰਗ ਕੀ ਸੀਗਾ? ਕੁਦਰਤੀ ਰੂਪ 'ਚ ਹਵਨ ਔਰ ਜੱਗ ਦੇ ਰਾਹੀਂ, ਜਿਹਨੂੰ ਅਸੀਂ ਬਾਅਦ ਦੇ ਵਿੱਚ ਲੇਟਰ ਵੈਦਿਕ ਏਜ ਦੇ ਵਿੱਚ ਪੜਾਂਗੇ।
ਔਰ ਸਿੰਪਲ ਸੀਗਾ ਕਿ ਜਿਵੇਂ ਕਹਿੰਦੇ ਨਾ ਵੀ ਆਪਾਂ ਅੱਜ ਵੀ ਕਈ ਵਾਰੀ ਕਹਿ ਦਿੰਦੇ ਬੇਟਾ, ਜਿਵੇਂ ਅਸੀਂ ਕਹਿੰਦੇ ਯਾਰ ਵੀ ਮੈਨੂੰ ਕੁਛ ਨਹੀਂ ਕਰਨਾ, ਕਹਿੰਦਾ ਯਾਰ ਤੂੰ ਬਸ ਸੱਚੇ ਮਨ ਦੇ ਨਾਲ ਈਸ਼ਵਰ ਨੂੰ ਯਾਦ ਕਰ। ਬੇਸਿਕ ਗੱਲ ਇਹ ਕਹਿੰਦੇ, ਬਾਕੀ ਤਾਂ ਉਹਦੇ ਤੌਰ ਤਰੀਕੇ ਆ ਅੱਗੋਂ, ਹੈ ਨਾ, ਪਰ ਬੇਸਿਕ ਕੰਮ ਕੀ ਕਹਿੰਦੇ ਆ ਕਿ ਸੱਚੇ ਮਨ ਨਾਲ ਈਸ਼ਵਰ ਨੂੰ ਯਾਦ ਕਰ। ਤਾਂ ਬੇਸਿਕ ਉਸ ਵੇਲੇ ਦਾ ਕੰਸੈਪਟ ਇਹ ਸੀਗਾ ਕਿ ਈਸ਼ਵਰ ਇੱਕ ਹੈ, ਉਹਦੇ ਹਾਲਾਂਕਿ ਰੂਪ ਵੱਖਰੇ ਹੈ, ਉਹਦੀਆਂ ਤਾਕਤਾਂ ਵੱਖਰੀਆਂ ਹੈ, ਇਸ ਕਰਕੇ ਉਹਦੀ ਮਲਟੀ ਜਿਵੇਂ ਕਹਿੰਦੇ ਮੈਨੀਫੈਸਟੇਸ਼ਨਸ ਨੇ, ਪਰ ਈਸ਼ਵਰ ਇੱਕ ਹੈ। ਔਰ ਉਹ ਸੱਚੇ ਮਨ ਦੇ ਨਾਲ ਉਹਦੀ ਪ੍ਰਸ਼ੰਸਾ ਕਰ, ਉਹਦੀ ਸਤੁਤੀ ਕਰ, ਉਹਨੂੰ ਯਾਦ ਕਰ। ਇਹ ਉਹਨਾਂ ਦਾ ਕੰਸੈਪਟ ਸੀ। ਬਾਅਦ ਦੇ ਵਿੱਚ ਯੱਗ ਔਰ ਦੂਜੀਆਂ ਜਿਹੜੀਆਂ ਚੀਜ਼ਾਂ ਇਹਦੇ ਵਿੱਚ ਐਡ ਹੋਈਆਂ, ਜਿਹਨੂੰ ਅਸੀਂ ਨਗ ਕੰਸੈਪਟ ਦੇ ਵਿੱਚ ਅਗਲੇ ਲੇਟਰ ਵੈਦਿਕ ਏਜ ਦੇ ਵਿੱਚ ਜ਼ਿਆਦਾ ਡਿਟੇਲ 'ਚ ਪੜ੍ਹਾਂਗੇ। ਉਹਨੂੰ ਤੁਸੀਂ ਲਿਖਣਾ ਇਹਦੇ ਵਿੱਚ ਵੀ ਹੈ, ਲੇਕਿਨ ਉਦੋਂ ਤੁਹਾਨੂੰ ਜ਼ਿਆਦਾ ਡਿਟੇਲ 'ਚ ਪੜ੍ਹਾਂਗੇ ਤੇ ਉਹ ਈਜ਼ੀਲੀ ਸਮਝ ਆ ਜਾਣਗੀ। ਠੀਕ ਹੈ, ਤਾਂ ਇਸ ਤਰੀਕੇ ਦੇ ਨਾਲ। ਔਰ ਉਸ ਤੋਂ ਬਾਅਦ ਹੈ ਕਿ ਰਿਗ ਵੈਦਿਕ ਕਾਲ ਦੇ ਵਿੱਚ ਇਸ ਧਰਮ ਦਾ ਜਿਹੜਾ ਸਵਰੂਪ ਹੈ ਉਹ ਤੁਹਾਡੀਆਂ ਬੁੱਕਸ ਦੇ ਵਿੱਚ ਕੋਈ 10 ਪੁਆਇੰਟਸ ਦੇ ਵਿੱਚ ਦਰਸਾਇਆ ਗਿਆ ਹੈ। ਉਹਨਾਂ 10 ਪੁਆਇੰਟਸ ਨੂੰ ਸਮਝ ਕੇ ਆਪਾਂ ਐਕਸਪਲੇਨ ਕਰਨਾ ਹੈ ਵੀ ਉਹ ਦੇਵਤਾਵਾਂ ਦੀ ਪੂਜਾ ਕਰਦੇ ਸਨ। ਦੇਵਤੇ ਸਾਰੇ ਕੁਦਰਤੀ ਸਨ, ਮਨੁੱਖ ਵਿੱਚੋਂ ਦੇਵਤਾ ਉਸ ਵੇਲੇ ਨਹੀਂ ਸੀ ਆਇਆ, ਜਿਹਨੂੰ ਤੁਸੀਂ ਅੱਜ ਕੱਲ੍ਹ ਦੀ ਦ੍ਰਿਸ਼ਟੀਕੋਣ 'ਚ ਅਵਤਾਰ ਕਹਿ ਦਿੰਦੇ ਹੋ। ਉਹ ਅਵਤਾਰ, ਗੁਰੂ, ਪੀਰ, ਪੈਗੰਬਰ, ਮਹਾਪੁਰਸ਼, ਉਹ ਕੰਸੈਪਟ ਰਿਗਵੇਦ ਦੇ ਵਿੱਚ ਨਹੀਂ ਸੀ। ਉਹ ਕੋਈ ਨਾ ਕੋਈ ਦੇਵਤਾ ਕਿਸੇ ਨਾ ਕਿਸੇ ਵਿਸ਼ੇਸ਼ਤਾ ਵਾਲੇ ਗੁਣ ਨਾਲ ਜੁੜਿਆ ਹੋਇਆ ਸੀ। ਪਸ਼ੂਆਂ ਦੀ ਪੂਜਾ ਬਹੁਤ ਵੱਡੇ ਸਾਨੂੰ ਸਬੂਤ ਉਹਦੇ ਨਹੀਂ ਮਿਲਦੇ। ਕੋਈ ਪੁਰੋਹਿਤ ਪੂਜਾ ਨਹੀਂ ਸੀ ਕਰਵਾਉਂਦਾ, ਹਰ ਵਿਅਕਤੀ ਆਪਣੇ ਢੰਗ ਦੇ ਨਾਲ ਪੂਜਾ ਕਰ ਸਕਦਾ ਸੀ। ਔਰ ਜਨਰਲੀ ਪਰਿਵਾਰ ਦਾ ਸਭ ਤੋਂ ਜਿਹੜਾ ਵੱਡਾ ਵਿਅਕਤੀ ਹੁੰਦਾ ਸੀ, ਮੁਖੀਆ ਹੁੰਦਾ ਸੀਗਾ, ਉਹੀ ਪੂਜਾ ਕਰਦਾ ਸੀ, ਬਾਕੀ ਉਹਦੇ ਨਾਲ ਮੰਤਰ ਪੜ੍ਹਦੇ ਸਨ। ਦੇਵਤਾਵਾਂ ਨੂੰ ਖੁਸ਼ ਕਰਨ ਲਈ, ਸਤੁਤੀ ਕਰਨ ਲਈ ਯੱਗ ਕੀਤੇ ਜਾਂਦੇ ਸਨ। ਗਰੀਬ ਭੁੱਖੇ ਵਿਅਕਤੀਆਂ ਦੀ ਸਹਾਇਤਾ ਕਰਨਾ ਤੇ ਦੁਖੀਆਂ ਦੀ ਮਦਦ ਕਰਨਾ ਉਹਨੂੰ ਚੰਗਾ ਸਮਝਿਆ ਜਾਂਦਾ ਸੀ। ਆਰਿਆ ਜੀਵਨ ਲਈ ਆਸ਼ਾਵਾਦੀ ਦ੍ਰਿਸ਼ਟੀਕੋਣ ਸਨ, ਹਮੇਸ਼ਾ ਉਮੀਦ ਰੱਖਦੇ ਸੀ ਕਿ ਸਭ ਕੁਝ ਬਿਹਤਰ ਹੋਏਗਾ ਔਰ ਚੰਗਾ ਹੋਏਗਾ। ਔਰ ਇਸੇ ਕਰਕੇ ਜੀਵਨ ਵਿੱਚ ਗ੍ਰਸਥ ਜੀਵਨ ਨੂੰ ਇੱਕ ਉੱਚਾ ਸਥਾਨ ਦਿੱਤਾ ਗਿਆ ਸੀ। ਉਸ ਵੇਲੇ ਜਿਹੜਾ ਸੰਨਿਆਸ ਹੈ ਜਾਂ ਦੂਸਰੇ ਆਸ਼ਰਮ ਨੇ, ਹਜੇ ਉਹ ਪ੍ਰਥਾਵਾਂ ਪ੍ਰਚਲਿਤ ਨਹੀਂ ਸੀ ਹੋਈਆਂ। ਠੀਕ ਹੈ, ਤਾਂ ਇਹ ਬੇਟਾ ਸਾਡਾ ਕੰਸੈਪਟ ਸੀਗਾ ਜਿਹਨੂੰ ਅਸੀਂ ਕਿਹਾ ਧਾਰਮਿਕ ਦੇ ਉੱਤੇ। ਇੱਕ ਅੱਜ ਤੀਸਰਾ ਬਰੀਫ 'ਚ ਪੜ੍ਹ ਕੇ ਫਿਰ ਅਸੀਂ ਅੱਜ ਦਾ ਟੌਪਿਕ ਖਤਮ ਕਰਾਂਗੇ, ਬਾਕੀ ਕੱਲ ਕਰਾਂਗੇ। ਉਹ ਹੈ ਬੇਟਾ ਕਿ ਉਹਨਾਂ ਦੀ ਆਰਥਿਕ ਦਸ਼ਾ। ਆਰਥਿਕ ਦਸ਼ਾ ਦੇ ਵਿੱਚ ਬੇਟਾ ਸਿਰਫ ਤੁਸੀਂ 3-4 ਚੀਜ਼ਾਂ ਮੇਨ ਰੱਖਣੀਆਂ ਯਾਦ। ਪਹਿਲਾ ਹੈ ਕਿ ਖੇਤੀਬਾੜੀ ਸੀ, ਉਹਦੇ 'ਚ ਜਿਹੜੀਆਂ ਫਸਲਾਂ ਦਾ ਅਸੀਂ ਗੱਲ ਕੀਤਾ ਉਹੀ ਲਿਖਣੀ ਹੈ। ਦੂਜਾ ਸੀਗਾ ਕਿ ਪਸ਼ੂਆਂ ਲਈ 4 ਗਾਹਾਂ ਹੁੰਦੀਆਂ ਸੀਗੀਆਂ, ਜਿਵੇਂ ਆਮ ਤੌਰ ਦੇ ਉੱਤੇ ਅੱਜ ਵੀ ਉਹ ਪ੍ਰਥਾਵਾਂ ਚੱਲਦੀਆਂ ਨੇ। ਔਰ ਦੂਸਰਾ ਸੀਗਾ ਕਿ ਵਪਾਰ ਸੀ, ਵਪਾਰ ਵਾਲੇ ਵਰਗ ਨੂੰ ਪਣੀ ਕਿਹਾ ਜਾਂਦਾ ਸੀਗਾ। ਔਰ ਵਪਾਰ ਲੋਕਲ ਵੀ ਸੀ, ਯਾਨੀ ਇਹ ਛੋਟੇ ਏਰੀਆ ਦੇ ਵਿੱਚ ਆਦਾਨ ਪ੍ਰਦਾਨ ਕਰਨਾ ਔਰ ਦੂਜੀਆਂ ਥਾਵਾਂ ਤੋਂ ਸਮਾਨ ਮੰਗਵਾਉਣਾ ਔਰ ਦੇਣਾ। ਉਹ ਛੋਟੇ ਪੱਧਰ 'ਤੇ ਸੀ, ਅਜੇ ਵੱਡੇ ਪੱਧਰ ਤੱਕ ਨਹੀਂ ਸੀ ਫੈਲਿਆ ਹੋਇਆ। ਲੇਕਿਨ ਪ੍ਰਣਾਲੀ ਰਿਗਵੈਦਿਕ ਕਾਲ 'ਚ ਵਪਾਰ ਕਰਨ ਦੀ ਆਦਾਨ ਪ੍ਰਦਾਨ ਸੀ, ਜਿਹਨੂੰ ਬਾਰਟਰ ਸਿਸਟਮ ਕਹਿੰਦੇ ਆ। ਸਿੱਕੇ ਵਗੈਰਾ ਅਜੇ ਉਦੋਂ ਪ੍ਰਚਲਿਤ ਨਹੀਂ ਸਨ। ਇਹ ਗੱਲ ਧਿਆਨ 'ਚ ਰੱਖਣੀ ਵੀ ਇਹ ਨਹੀਂ ਸੀਗਾ ਕਿਸੇ ਕੋਈ ਚੀਜ਼ ਖਰੀਦੀ ਤਾਂ ਉਹਦੇ ਬਦਲੇ ਕੋਈ ਕਰੰਸੀ ਦਿੱਤੀ। ਕਰੰਸੀ ਅਵੇਲੇਬਲ ਨਹੀਂ ਸੀਗੀ, ਇੱਕ ਚੀਜ਼ ਦਿੱਤੀ ਔਰ ਉਹਦੇ ਬਦਲੇ ਅਸੀਂ ਦੂਜੀ ਚੀਜ਼ ਉਸ ਤੋਂ ਲੈ ਲਈ। ਇਸ ਤਰੀਕੇ ਦੇ ਨਾਲ ਵਪਾਰ ਹੁੰਦਾ ਸੀਗਾ, ਉਹਦੀ ਮਾਤਰਾ ਫਿਕਸ ਕੀਤੀ ਜਾਂਦੀ ਸੀਗੀ। ਔਰ ਵਪਾਰ ਸਿਰਫ ਖੇਤਾਂ ਵਿੱਚੋਂ ਪੈਦਾ ਕੀਤੀਆਂ ਗਈਆਂ ਚੀਜ਼ਾਂ ਦੀ ਸਰਪਲਸ ਜਿਹੜੀ ਕੁਆਂਟੀਟੀ ਆ ਉਹਦਾ ਹੀ ਨਹੀਂ ਸੀ ਹੁੰਦਾ। ਈਵਨ ਘਰੇਲੂ ਚੀਜ਼ਾਂ ਜਿਹੜੀਆਂ ਅਸੀਂ ਬਣਾਉਂਦੇ ਹਾਂ, ਦਸਤਕਾਰੀ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਮੰਨ ਲਓ ਘੁਮਿਆਰ ਉਹ ਘੜੇ ਬਣਾਉਂਦਾ ਸੀਗਾ, ਉਹ ਘੜਿਆਂ ਦਾ ਵਪਾਰ ਕਰਦਾ ਸੀ। ਐਦਾਂ ਹੀ ਕੋਈ ਜੁਲਾਹਾ ਕੱਪੜਾ ਬਣਾਉਂਦਾ ਸੀ ਤਾਂ ਕੋਟਨ ਤੋਂ, ਸੂਤੀ ਤੋਂ, ਉਹਦਾ ਵਪਾਰ ਕਰਦਾ ਸੀਗਾ। ਸੁਨਿਆਰੇ ਦਾ ਵਪਾਰ, ਲੋਹਾਰ ਦਾ ਵਪਾਰ, ਤਰਖਾਨ ਦਾ ਵਪਾਰ, ਜੋ ਅਸੀਂ ਆਮ ਤੌਰ ਦੇ ਉੱਤੇ ਲੋਕਲ ਲੈਵਲ ਦੇ ਉੱਤੇ ਲਘੂ ਉਦਯੋਗ ਧੰਦੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਇਹ ਉਸ ਤਰੀਕੇ ਦੇ ਵਪਾਰ ਉਸ ਵੇਲੇ ਪ੍ਰਚਲਿਤ ਸਨ। ਪਰ ਸਾਨੂੰ ਕੋਈ ਦਾਸ ਪ੍ਰਣਾਲੀ ਨਹੀਂ ਸੀ ਦਿਖਾਈ ਦਿੰਦੀ। ਲੇਕਿਨ ਅਨਾਰਿਆ ਸ਼ਬਦ ਅਸੀਂ ਦੇਖਦੇ ਹਾਂ, ਜਿੱਥੋਂ ਸਾਡਾ ਇਹ ਭਾਵ ਹੈਗਾ, ਇਹਨੂੰ ਸਮਝ ਲਓ ਕਿ ਅਨਾਰਿਆ ਸ਼ਬਦ ਦਾ ਮਤਲਬ ਅਸੀਂ ਕਹਿੰਦੇ ਨੇ ਵੀ ਹੋ ਸਕਦਾ ਕਿ ਕੁਝ ਬੰਦੇ, ਜਿੱਦਾਂ ਅਸੀਂ ਅੱਜ ਕੱਲ੍ਹ ਪਿੰਡਾਂ ਦੇ ਵਿੱਚ ਖੇਤਾਂ 'ਚ ਕੰਮ ਕਰਨ ਲਈ ਭਈਏ ਰੱਖ ਲੈਂਦੇ ਹਾਂ, ਕਿ ਕੁਝ ਲੋਕਾਂ ਨੂੰ ਇਸ ਕੰਮ ਲਈ ਰੱਖਿਆ ਜਾਂਦਾ ਹੋਏਗਾ, ਉਹਨਾਂ ਨੂੰ ਅਨਾਰਿਆ ਵੀ ਕਿਹਾ ਜਾਂਦਾ ਹੋਏਗਾ। ਔਰ ਸ਼ਿਕਾਰ ਖੇਲਣਾ, ਇਹ ਪ੍ਰਥਾਵਾਂ ਉਦੋਂ ਪ੍ਰਚਲਿਤ ਸਨ। ਔਰ ਇਸ ਤੋਂ ਇਲਾਵਾ ਜ਼ਿਆਦਾ ਇਸ ਨੂੰ ਆਰਥਿਕ ਵਿਵਸਥਾ 'ਚ ਸਾਨੂੰ ਹੋਰ ਜ਼ਿਆਦਾ ਲਿਖਣ ਦੀ ਲੋੜ ਨਹੀਂ ਹੈ। ਤਾਂ ਇਹ ਸਾਡੀ ਉਸ ਵੇਲੇ ਦੀ ਰਿਗਵੈਦਿਕ ਕਾਲ ਦੇ ਲੋਕਾਂ ਦੀ ਆਰਥਿਕ ਪ੍ਰਣਾਲੀ ਸੀ। ਠੀਕ ਹੈ, ਤਾਂ ਕੱਲ ਸਾਡਾ ਟੌਪਿਕ ਇਹ ਖਤਮ ਹੋ ਜਾਏਗਾ। ਅਸੀਂ ਇਹਦੀ ਰਾਜਨੀਤਿਕ ਸਤਰ ਨੂੰ ਡਿਸਕਸ ਕਰਦੇ ਹੋਏ ਨਾਲ ਹੀ ਉੱਤਰ ਵੈਦਿਕ ਕਾਲ ਸ਼ੁਰੂ ਕਰ ਦਿਆਂਗੇ ਤੇ ਫਿਰ ਲੇਟਰ ਵੈਦਿਕ ਏਜ ਨੂੰ ਡਿਸਕਸ ਕਰਾਂਗੇ। ਠੀਕ ਹੈ ਬੇਟਾ।